Dear student, topic of today discussion is company and its features. So ਸਭ ਤੋਂ ਪਹਿਲਾਂ ਆਪਾਂ ਨੂੰ ਇਹ ਕਲੀਅਰ ਹੋਣਾ ਚਾਹੀਦਾ ਕਿ ਅਸੀਂ ਕੰਪਨੀ ਕਿਉਂ ਬਣਾ ਰਹੇ ਹਾਂ ਤੇ ਕੰਪਨੀ ਹੈ ਕੀ. So word company has no strict or technical or legal meanings. A company is an association of persons united for the achievement of common objectives. So why we create companies? So in case of sole proprietors, where one person manage all the business and enjoy all the profit and losses as well as the bear all the risk. If we take the example of partnership, where partners share the profits as well as the risk. If we want to expand the business, we need more capital and human resources, so we create a companies. So ਕੰਪਨੀ ਆਪਣੇ ਕੋਲ ਟੂ ਟਾਈਪਸ ਦੀਆਂ ਨੇ, ਪਬਲਿਕ ਕੰਪਨੀਆਂ, ਪ੍ਰਾਈਵੇਟ ਕੰਪਨੀਆਂ. ਸੋ ਪ੍ਰਾਈਵੇਟ ਕੰਪਨੀ ਦੇ ਵਿੱਚ ਅਸੀਂ ਪ੍ਰਾਈਵੇਟਲੀ ਆਪਣੇ ਜਿਹੜੇ ਰਿਸੋਰਸਿਸ ਨੇ ਉਹਨਾਂ ਨੂੰ ਮੈਨੇਜ ਕਰਦੇ ਹਾਂ, ਬਟ ਜੇ ਅਸੀਂ ਬਹੁਤ ਜ਼ਿਆਦਾ ਕੈਪੀਟਲ ਦੀ ਲੋੜ ਹੈਗੀ ਆ ਬਿਜ਼ਨਸ ਦੇ ਵਿੱਚ, ਉਸ ਕੇਸ ਦੇ ਵਿੱਚ ਅਸੀਂ ਪਬਲਿਕ ਕੰਪਨੀ ਕ੍ਰੀਏਟ ਕਰਦੇ ਹਾਂ. ਮੀਨ ਅਸੀਂ ਪਬਲਿਕ ਦੇ ਕੋਲੋਂ ਜਿਹੜੀ ਮਨੀ ਹੈਗੀ ਆ ਉਹ ਕਲੈਕਟ ਕਰਦੇ ਹਾਂ ਬਾਈ ਇਸ਼ੂਇੰਗ ਸ਼ੇਅਰਸ ਐਜ਼ ਵੈਲ ਐਜ਼ ਦੀ ਡਿਬੈਂਚਰਸ. ਸੋ ਪ੍ਰੀਵੀਅਸਲੀ ਕੰਪਨੀ ਐਕਟ 1956 ਚੱਲ ਰਿਹਾ ਸੀਗਾ, ਬਟ ਹੁਣ ਜਿਹੜਾ ਕੰਪਨੀ ਐਕਟ 2013 ਹੈਗਾ ਉਹ ਆਇਆ. ਇਸ ਦੇ ਅੰਡਰ ਕੀ ਹੈਗਾ ਕਿ ਜਿਹੜੀਆਂ ਵੀ ਸਾਡੇ ਕੋਲ 1956 ਦੇ ਅੰਡਰ ਡਰਾਬੈਕ ਸੀਗੀਆਂ, ਲਿਮਿਟੇਸ਼ਨ ਸੀਗੀਆਂ, ਉਸ ਨੂੰ ਇਸ 2013 ਦੇ ਵਿੱਚ ਰਿਮੂਵ ਕੀਤਾ ਗਿਆ ਵਾ. ਦੈਨ ਹੈ ਡੈਫੀਨੇਸ਼ਨ ਆਫ ਦੀ ਕੰਪਨੀਜ਼. Section 2 subsection 20 of Companies Act 2013 provides that company means a company incorporated under this act or under any previous company's law. Next ne features of a company. So first feature is the under incorporated association. A company comes into existence on incorporation or registration under the Companies Act. इसका मतलब ये हैगा कि जिहड़ी साडी कंपनी हैगी आ उहदी एग्जिस्टेंस उदों ही मनी जाएगी जदों उहदी रजिस्ट्रेशन होएगी. ठीक है. फॉर एग्जाम्पल कि जे तुहाडे कोल कोई 2-4 परसन मिल के आके कहन कि असी कंपनी हैगे आ, ठीक है, बट साडी रजिस्ट्रेशन नहीं हुई, दैट मीन कि वो कंपनी नहीं मनी जाएगी. सो जे असी पब्लिक कंपनी जिहड़ी हैगी आ ਉਹਦੀ ਇਨਕੋਰਪੋਰੇਸ਼ਨ ਕਰਵਾਉਣੀ ਆ, ਰਜਿਸਟ੍ਰੇਸ਼ਨ ਕਰਵਾਉਣੀ ਆ, ਤੇ ਮਿਨੀਮਮ ਨੰਬਰ ਆਫ ਪਰਸਨ ਜਿਹੜੇ ਹੈਗੇ ਆ, ਮੈਂਬਰਸ ਜਿਹੜੇ ਨੇ ਉਹ ਕਿੰਨੇ ਹੋਣੇ ਚਾਹੀਦੇ ਆ, 7. ਤੇ ਜੇ ਪ੍ਰਾਈਵੇਟ ਕੰਪਨੀ ਹੈਗੀ ਆ ਤੇ ਉਹਦੀ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਮਿਨੀਮਮ ਨੰਬਰ ਆਫ ਮੈਂਬਰ ਜਿਹੜੇ ਨੇ ਉਹ ਕਿੰਨੇ ਨੀਡਡ ਨੇ, ਦੈਟ ਇਜ਼ 2. ਦੈਟ ਇਜ਼ ਦੀ ਫਸਟ ਫੀਚਰ ਆਫ ਕੰਪਨੀ, ਦੈਟ ਇਜ਼ ਦੀ ਇਨਕੋਰਪੋਰੇਟਡ ਐਸੋਸੀਏਸ਼ਨ. So next main feature of the company is its independent corporate existence. That mean to say कि company ते company ਨੂੰ ਚਲਾਉਣ ਵਾਲੇ ਜਿਹੜੇ ਮੈਂਬਰਸ ਨੇ ਦੋਨੋਂ ਹੀ ਕੀ ਨੇ, ਅਲੱਗ ਨੇ. ਦੋਨਾਂ ਦੇ ਇਨ ਬਿਟਵੀਨ ਕੀ ਹੈਗਾ, ਇੱਕ ਕਰਟਨ ਹੈਗਾ ਵਾ. ਜਿਸ ਦਿਨ ਕੰਪਨੀ ਜਿਹੜੀ ਆ ਉਹ ਕੰਪਨੀ ਲਾਅ ਦੇ ਅੰਡਰ ਰਜਿਸਟਰ ਹੁੰਦੀ ਆ, ਉਸ ਦਿਨ ਤੋਂ ਹੀ ਕੰਪਨੀ ਜਿਹੜੀ ਹੈਗੀ ਇੱਕ ਆਰਟੀਫਿਸ਼ੀਅਲ ਪਰਸਨ ਬਣ ਜਾਂਦੀ ਆ ਤੇ ਉਹਦੀ ਆਪਣੀ ਜਿਹੜੀ ਸੈਪਰੇਟ ਲੀਗਲ ਐਂਟੀਟੀ ਹੋ ਜਾਂਦੀ ਆ. ਦੈਟ ਮੀਨ ਟੂ ਸੇ ਕਿ ਕੰਪਨੀ ਦੀ ਜਿਹੜੀ ਐਗਜ਼ਿਸਟੈਂਸ ਹੈਗੀ ਆ ਜਾਂ ਕੰਪਨੀ ਐਗਜ਼ਿਸਟ ਓਨਲੀ ਆਈ ਆਫ ਲਾਅ. ਸੋ ਲਾਅ ਦੇ ਅੰਡਰ ਹੀ ਕੰਪਨੀ ਦੀ ਜਿਹੜੀ ਐਗਜ਼ਿਸਟੈਂਸ ਆ ਉਹ ਕ੍ਰੀਏਟ ਹੁੰਦੀ ਆ ਤੇ ਲਾਅ ਦੇ ਅੰਡਰ ਹੀ ਕੰਪਨੀ ਜਿਹੜੀ ਆ ਖਤਮ ਹੁੰਦੀ, ਉਹਦੀ ਡੈਜ਼ੋਲੇਸ਼ਨ ਹੁੰਦੀ ਆ. ਦੈਟ ਇਜ਼ ਦੀ ਸੈਪਰੇਟ ਲੀਗਲ ਐਂਟੀਟੀਜ਼. So next है perpetual succession. Unlike a natural person, company never dies. Means कि कंपनी ਜਿਹੜੀ ਹੈਗੀ ਆ, ਜਿੱਦਾਂ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਕਿ ਉਹਦੀ ਸੈਪਰੇਟ ਲੀਗਲ ਐਂਟੀਟੀ ਹੁੰਦੀ ਆ, ਉਸੇ ਤਰ੍ਹਾਂ ਕੰਪਨੀ ਦੇ ਵਿੱਚ ਮੈਂਬਰ ਜਿਹੜੇ ਨੇ ਉਹ ਆਉਂਦੇ ਰਹਿੰਦੇ ਨੇ, ਮੈਂਬਰ ਜਾਂਦੇ ਨੇ, ਕਿਸੇ ਦੀ ਰਿਟਾਇਰਮੈਂਟ ਹੋ ਜਾਂਦੀ ਆ, ਕੋਈ ਨਵਾਂ ਐਡ ਹੋ ਜਾਂਦਾ, ਕੋਈ ਹੋਰ ਮਿਸ ਹੈਪਨਿੰਗ ਹੋ ਜਾਂਦੀ ਆ, ਬਟ ਜਿਹੜੀ ਕੰਪਨੀ ਹੈਗੀ ਆ ਉਹਦੀ ਐਗਜ਼ਿਸਟੈਂਸ ਜਿਹੜੀ ਹੈਗੀ ਆ ਉਹ ਐਜ਼ ਇਟ ਇਜ਼ ਹੀ ਰਹਿੰਦੀ ਹੈਗੀ ਆ ਇਨ ਦੀ ਆਈ ਆਫ ਲਾਅ. ਕਿ ਮੀਨਸ ਕਿ ਕਿਸੇ ਦੇ ਆਉਣ ਨਾਲ ਜਾਂ ਕਿਸੇ ਦੇ ਜਾਣ ਨਾਲ ਕੰਪਨੀ ਨੂੰ ਕੋਈ ਵੀ ਜਿਹੜਾ ਫਰਕ ਹੈਗਾ ਉਹ ਨਹੀਂ ਪੈਂਦਾ ਹੈਗਾ. ਸੋ ਕੰਪਨੀ ਆਪਣਾ ਜਿਹੜਾ ਬਿਜ਼ਨਸ ਹੈਗਾ ਵਾ ਉਹ ਐਜ਼ ਇਟ ਇਜ਼ ਹੀ ਕੰਟੀਨਿਊ ਰੱਖਦੀ ਆ. ਰੀਜ਼ਨ ਬਿਹਾਈਂਡ ਦੈਟ ਕਿ ਕੰਪਨੀ ਇੱਕ ਨੈਚੁਰਲ ਪਰਸਨ ਨਹੀਂ ਹੈਗੀ, ਕੰਪਨੀ ਕੀ ਹੈਗੀ ਆ, ਆਰਟੀਫਿਸ਼ੀਅਲ ਪਰਸਨ ਹੈਗੀ ਆ ਜਿਹੜੀ ਪ੍ਰੋਸੈਸ ਆਫ ਲਾਅ ਦੇ ਅੰਡਰ ਕ੍ਰੀਏਟ ਕੀਤੀ ਜਾਂਦੀ ਆ. ਦੈਟ ਇਜ਼ ਦੀ ਪਰਪੈਚੁਅਲ ਸਕਸੈਸ਼ਨ. ਸੋ ਨੈਕਸਟ ਇਜ਼ ਕਾਮਨ ਸੀਲ.
as the company is an artificial person, it cannot sign its name on a contracts, so it function with the help of a seal. So common seal is used as a substitute for its signature, कि कंपनी जिहड़ी हैगी आ वो अपने सिग्नेचर नहीं कर सकती हैगी क्योंकि वो आर्टिफिशियल परसन हैगी आ। सो कंपनी अपना जिहड़ा बिजनेस हैगा वो कॉमन सील दे बिहाफ ते करदी है। सो कॉमन सील एक की हैगा ऑफिशियल सिग्नेचर ने कंपनी दे। फॉर एग्जाम्पल कि असी कोई भी समान लैंदे आ ते असी कहने आ कि सानू जिहड़ा बिल हैगा उहदे ते कंपनी दी स्टैंप लगी होनी चाहिदी आ। जे इन केस के कोई प्रॉब्लम आ जाए तो असी कंपनी दे उत्ते की कर सकते हैं, स्यू कर सकते हैं, केस फाइल कर सकते हैं। ठीक है, सो दैट इज द कॉमन सील, द लिमिटेड लायबिलिटी। अनदर फीचर ऑफ द कंपनी इज ट्रांसफरबिलिटी ऑफ शेयर्स। सो अंडर सेक्शन 56 ऑफ द कंपनीज एक्ट 2013 द शेयर्स ऑफ द कंपनीज आर फ्रीली ट्रांसफरेबल्स। मीनस कि कंपनी अपने जिहड़े शेयर्स ने उन्होंने शेयर मार्केट दे विच जदों भी चाहे उन्हों दी सेल परचेज कर सकती हैगी आ। पब्लिक कंपनी दे विच कर सकती आ। ठीक है, सो कोई भी मैंबर ये नहीं कह सकता कि ये प्रॉपर्टी मेरी हैगी आ, चाहे उन्हें कंपनी दे विच मैक्सीमम शेयर खरीदे होन, पर जिहड़ी प्रॉपर्टी हैगी आ वो किसी परसन दी, किसी मैंबर दी नहीं होएगी। सो कंपनी दे कोल राइट हैगा अपनी सैपरेट प्रॉपर्टी नू सेल करन दा, परचेज करन दा, इंजॉय करन दा। सो दैट इज द So next feature of the company is transferability of shares. Under section 56 of Companies Act 2013, the shares of a company are freely transferable and can be sold or purchased in the share market. So this is the one of the reason why people prefer to form companies than partnerships. दैट मीन जिदा असी एग्जाम्पल ले लीए कि अजकल जी हैगी ऑनलाइन तुसी जिहड़े शेयर्स ने उन्होंने सेल परचेज कर सकते हो। सो इदा की कोई भी जी हैगी प्रॉब्लम नहीं हैगी, तुसी अपने शेयर फ्रीली जिहड़े वो ट्रांसफर कर सकते हो इन केस ऑफ पब्लिक कंपनी। बट प्राइवेट कंपनी के उपर कुछ रिस्ट्रिक्शंस ने जिहड़ियां उन्होंने फॉलो करनियां पैणगियां जदों उन्होंने अपने जिहड़े शेयर्स ने वो की करने ने ट्रांसफर करने ने। सो दैट इज़ अंडर द ट्रांसफरबिलिटी ऑफ शेयर्स, सेपरेट प्रॉपर्टी। So last feature of the company is capacity to sue or to be sued. On the incorporation, a company acquire a separate and independent legal personality कि जो कंपनी की रजिस्ट्रेशन होगी, कंपनी की अपनी की होगी इंडिपेंडेंट लीगल परसनैलिटी होगी, सैपरेट एंटिटी होगी। सो कंपनी जी वो किसी भी परसन के उपर केस फाइल कर सकती हैगी आ, तो कंपनी के उत्ते भी कोई इफेक्टेड परसन जोड़ा हैगा वा वो केस फाइल कर सकता वा। दैट इज़ द कैपेसिटी टू स्यू एंड टू बी स्यूड्स। थैंक यू।